पंजाब के किसानों की झोने की फसल पक के तैयार है तो मंडियां दे विच लियाउण दे लई किसान तैयार है, पर मंडियां दे विच किस तरह के प्रबंध ने और इस वार जिस तरह के हालात बने हुए हैं, एक पासे करोना महामारी भी है, दूजे पासे किसानों के प्रदर्शन भी चल रहे हैं, इस सब के दौरान सरकार ने किस तरह के प्रबंध किए हैं ਜਿਹੜੇ महकमे की जिम्मेवारी बनती है किसानों का दाणा दाणा चुकन की, दाणा दाणा खरीदण की। फूड सप्लाई महकमा साडे नाल कैबिनेट मंत्री भारत भूषण आशू जी ने महकमे के मंत्री ने। मंत्री साहब सब तो पहला सवाल यही कि किसान की नज़र अज सरकार ते, क्योंकि हाले जिहड़ियां चीज़ां बदलनियां वो तो शायद अगे जाके बदलनियां, अज किसान की नज़र है कि उहदी फसल तैयार है, मंडियां की जिहड़ी शुरुआत हो गई है, खरीद शुरू हो गई है, किस तरह के अरेंजमेंट ने सरकार दे? जी देखो, जिस तरीके भी कांग्रेस सरकार या कैप्टन अमरिंदर सिंह जी सरकार का ਹੁਣ ਤਾਈਂ ਦਾ ਇਤਿਹਾਸ ਰਿਹਾ ਹੈ, ਜਿਹੜੀ ਵੀ ਫਸਲ ਆਂਦੀ ਹੈ ਨਿਰਵਿਘਨ ਬਗੈਰ ਕਿਸੇ ਔਕੜ ਦੇ ਕਿਸਾਨ ਦਾ ਦਾਣਾ ਦਾਣਾ ਚੱਕਿਆ ਜਾਂਦਾ ਤੇ ਉਹਦੀ ਫਸਲ ਦਾ ਪੂਰਾ ਮੁੱਲ ਉਹਨਾਂ ਤਾਈਂ ਪਹੁੰਚਾਇਆ ਜਾਂਦਾ, ਉਹ ਵੀ ਵਿਦਆਊਟ ਡਿਲੇ। ਤੇ ਅਸੀਂ ਜੋ ਇਤਿਹਾਸ ਹੈ ਉਹੀ ਤੁਸੀਂ ਦੇਖਿਆ ਕਰੋਨਾ ਜਦੋਂ ਸ਼ੁਰੂ ਹੋਇਆ ਸੀਗਾ ਤੇ ਉਦੋਂ ਕਣਕ ਦੀ ਪ੍ਰੋਕਿਉਰਮੈਂਟ ਆ ਗਈ ਸੀਗੀ ਤੇ ਉਹ ਕਿਸ ਤਰੀਕੇ ਉਹਦੀ ਪ੍ਰੋਕਿਉਰਮੈਂਟ ਕੀਤੀ ਗਈ, ਉਹਦੀ ਪ੍ਰੇਜ਼ ਕੱਲੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਹੋਈ। ਕਰੋਨਾ ਕਾਲ ਦੇ ਟਾਈਮ ਮੰਡੀਆਂ ਵਧਾ ਕੇ ਪਾਸਿਸ ਦਾ ਅਰੇਂਜਮੈਂਟ ਕਰਕੇ ਕਿਸਾਨਾਂ ਦੀ ਫਸਲ ਰਿਕਾਰਡ ਟਾਈਮ ਦੇ ਵਿੱਚ ਲਿਫਟ ਕੀਤੀ ਗਈ। ਹੁਣ ਵੀ ਜਦੋਂ ਕਰੋਨਾ ਪੂਰੇ ਇਸ ਟਾਈਮ ਪੀਕ ਤੇ ਪਹੁੰਚ ਚੁੱਕਿਆ ਹੈ, ਤੁਸੀਂ ਸਮਝ ਲਓ ਤਾਂ ਪੰਜਾਬ ਦੇ ਵਿੱਚ ਜਿੰਨਾ ਇਸ ਵੇਲੇ ਸਪਾਈਕ ਹੈ ਸਰਜ ਹੈ ਕਿ ਕਿਸੇ ਟਾਈਮ ਵੀ ਨਹੀਂ ਸੀਗਾ। इस दौरान भी कैप्टन साहब ने अपनी जिम्मेवारी समझते हुए बार मीटिंगां कीतियां गईयां, इहदियां तैयारियां दियां किस तरह तैयारी की गई? आशू जी समझना चाहांगे, किसान जानना चाहता है कि जिवें पिछली बारी तुसीं मंडियां वधाईयां सी, इस बारी नॉर्मल सरकार दी मंडियां किन्नियां ने, इस बारी मंडियां झोने वास्ते किन्नियां रखीआं गईयां ने? ये 1872 नॉर्मल मंडियां सीगियां, ऐतकी वधा के हुण तो 4000 तो वध मंडियां नोटिफाई हो चुकियां ने। असीं कोशिश कीती है हर मंडी नाल 3 तो ज़्यादा पिंड अटैच ना हो। तकरीबन 70 ਦੇ करीब ਇਹੋ ਜਿਹੀਆਂ ਮੰਡੀਆਂ ਜਿਹਦੇ 'ਚ 3 ਤੋਂ ਵੱਧ ਪਿੰਡ ਅਟੈਚ ਹੋ ਰਹੇ ਨੇ ਤੇ ਉੱਥੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਸੀ ਸਾਹਿਬਾਨਾਂ ਨੂੰ ਤੇ ਹੋਰ ਸਾਡੇ ਜਿਹੜੇ ਡੀਐਫਐਸਸੀਜ਼ ਵਗੈਰਾ ਹੈ ਉਹਨਾਂ ਨੂੰ, ਡੀਐਮਓ ਮੰਡੀ ਆਫੀਸਰ ਨੇ ਉਹਨਾਂ ਨੂੰ ਕਿਹਾ ਨਵੀਆਂ ਜਗ੍ਹਾ ਦੀ ਸ਼ਨਾਖਤ ਕੀਤੀ ਜਾਵੇ ਤੇ ਉੱਥੇ ਵੀ ਮੰਡੀਆਂ ਵਧਾਈਆਂ ਜਾਣ, ਹੋਰ ਜਗ੍ਹਾ ਅੱਗੇ ਹੋਰ ਮੰਡੀਆਂ ਵਧਾਈਆਂ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ। ਤੇ ਹਰ ਮੰਡੀ ਦੇ ਵਿੱਚ ਬੜੇ ਪੁਖਤਾ ਅਰੇਂਜਮੈਂਟ ਕੀਤੇ ਗਏ। ਆਪਾਂ ਅਰੇਂਜਮੈਂਟ ਤੇ ਵੀ ਆਵਾਂਗੇ ਆਸ਼ੂ ਜੀ, ਪਰ ਪਹਿਲੀ ਚੀਜ਼ ਇਹ ਕਿ ਜਿੱਦਾਂ ਪਿਛਲੀ ਵਾਰੀ ਇੱਕ ਪ੍ਰੋਸੈਸ ਸੀ, ਤੁਹਾਡਾ ਪਰਚੀ ਲੈਣੀ ਹੈ, ਕੂਪਨ ਲੈਣਾ ਹੈ, ਇਸ ਵਾਰੀ ਝੋਨੇ ਦੀ ਫਸਲ ਦੇ ਲਈ ਤੁਹਾਡਾ ਕੀ ਸਿਸਟਮ ਹੈ? ਕਿਸਾਨ ਜਿਹੜਾ ਜਿਹਨੇ ਫਸਲ ਆਪਦੀ ਵੱਢਣੀ ਹੈ ਤਾਂ ਉਹਨੂੰ ਕੀ ਚੀਜ਼ ਸੋਚ ਕੇ ਸਭ ਤੋਂ ਪਹਿਲਾਂ ਉਹਨੇ ਕੀ ਧਿਆਨ ਰੱਖਣਾ ਹੈ ਕਿ ਵੀ ਮੈਂ ਮੰਡੀ ਲੈ ਕੇ ਜਾਵਾਂ ਤੇ ਮੇਰਾ ਝੋਨਾ ਜਾਂਦੇ ਦਾ ਤੁਲ ਜੂਗਾ? ਉਹਦੇ ਲਈ ਸਰਕਾਰ ਇੱਕ ਵਾਰੀ ਕਲੈਰਿਟੀ ਕਰ ਦੇ ਕਿਸਾਨਾਂ ਨੂੰ। ਬਿਲਕੁਲ, ਬਹੁਤ ਚੰਗੀ ਗੱਲ ਤੁਸੀਂ ਪੁੱਛੀ ਬਰਾੜ ਸਾਹਿਬ। ਪਿਛਲੀ ਵਾਰੀ ਵੀ ਜਦੋਂ ਇੱਕੋਦਮ ਕਰੋਨਾ ਆਇਆ ਸੀਗਾ ਤੇ ਹੈਪਹੈਜ਼ਰਡਲੀ ਸਾਨੂੰ ਮੰਡੀਆਂ ਦੀ ਤਾਦਾਦ ਵਧਾਉਣੀ ਪਈ ਸੀਗੀ, ਉਦੋਂ ਸਾਡੇ ਕੋਲ ਇਨਫੋਰਮੇਸ਼ਨ ਦਾ ਸਾਧਨ ਤੁਹਾਡਾ ਚੈਨਲ ਰਿਹਾ, ਤੁਸੀਂ ਬੜੀ ਮਦਦ ਕੀਤੀ ਸਾਨੂੰ, ਕਿਸਾਨਾਂ ਤੋਂ ਇਨਪੁਟ ਆਉਂਦੀ ਰਹੀ, ਅਸੀਂ ਇਮੀਡੀਏਟ ਜਿੱਥੇ ਕਮੀ ਸੀ ਉਹਨੂੰ ਦੂਰ ਕਰਦੇ ਰਹੇ। ਉਸ ਤੋਂ ਸਬਕ ਸਿੱਖ ਕੇ ਇਸ ਵਾਰ ਅਸੀਂ ਬਕਾਇਦਾ ਤੌਰ ਤੇ ਬੜੇ ਪੁਖਤਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਮੈਂ ਤੁਹਾਨੂੰ ਕਿਹਾ, ਮੰਡੀਆਂ ਦੀ ਗਿਣਤੀ ਵਧਾਈ ਗਈ ਤਾਂ ਕਿ ਸਟੈਗਰਡ ਵੇ ਨਾਲ ਕੀਤਾ ਜਾਏ। ਪਾਸਿਸ ਦੇ ਵਿੱਚ ਥੋੜੀ ਜਿਹੀ ਇਨੀਸ਼ੀਅਲੀ ਪਿਛਲੀ ਵਾਰ ਪ੍ਰੋਬਲਮ ਆਈ ਸੀ, ਇਸ ਵਾਰ ਪਾਸਿਸ ਦਾ ਅਰੇਂਜਮੈਂਟ ਬਹੁਤ ਵਧੀਆ ਕੀਤਾ ਗਿਆ। ਦਿਨ ਵਾਈਜ਼ ਕਲਰਡ ਪਾਸ ਇਸ਼ੂ ਹੋਣਗੇ, ਸੋਮਵਾਰ ਨੂੰ ਇੱਕ ਰੰਗ ਦਾ, ਮੰਗਲ ਨੂੰ ਦੂਸਰੇ ਦਾ, ਵੀ ਬੁੱਧਵਾਰ ਨੂੰ ਦੂਸਰਾ, ਇਸ ਤਰ੍ਹਾਂ ਅਲੱਗ-ਅਲੱਗ ਰੰਗ ਦੇ ਪਾਸਿਸ ਉਹਨਾਂ ਨੂੰ ਮਿਲਣਗੇ। ਉਸੇ ਦਿਨ ਹੀ ਉਹ ਫਸਲ ਲੈ ਕੇ ਆਏਗਾ। ਜਿਹੜੇ ਪਾਸਿਸ ਦੇਣੇ ਨੇ ਉੱਥੇ ਦੇ ਆੜਤੀਆ, ਉੱਥੇ ਦੇ ਸੈਕਟਰੀਜ਼ ਦੇ ਨਾਲ ਗੱਲ ਕਰਕੇ ਆੜਤੀਆਂ ਦੇ ਥਰੂ ਪਾਸਿਸ ਦਿੱਤੇ ਜਾਣਗੇ ਤਾਂ ਕਿ ਕੋਈ ਮੁਸ਼ਕਿਲ ਨਾ ਆਵੇ। ਪਿਛਲੀ ਵਾਰੀ ਇਹ ਸੁਣਨ ਨੂੰ ਮਿਲਦਾ ਸੀ ਕਿਸੇ ਆੜਤੀ ਨੂੰ 50 ਮਿਲ ਗਏ ਤੇ ਉਹਦੀ ਫਸਲ 5 ਬੰਦੇ ਲੈ ਕੇ ਆ ਰਹੇ ਔਰ ਜਿਨ੍ਹਾਂ ਕੋਲ 50 ਕਿਸਾਨ ਲਿਆਉਣ ਲਈ ਤਿਆਰ ਬੈਠੇ ਸੀ ਉਹਨਾਂ ਨੂੰ 5 ਹੀ ਪਾਸ ਮਿਲ ਰਹੇ ਸੀ। ਇਸ ਵਾਰੀ ਇਹ ਚੀਜ਼ ਕਿਤੇ ਆਵੇ ਨਾ, ਸਾਡੇ ਕਿਸੇ ਕਿਸਾਨ ਭਰਾ ਨੂੰ ਕੋਈ ਦਿੱਕਤ ਨਾ ਆਵੇ, ਕਿਸੇ ਆੜਤੀ ਭਰਾ ਨੂੰ ਕੋਈ ਦਿੱਕਤ ਨਾ ਆਵੇ। ਇਹਦੇ ਵਾਸਤੇ ਪੂਰੇ ਪੁਖਤਾ ਇੰਤਜ਼ਾਮ ਇਹਨਾਂ ਨਾਲ ਗੱਲਬਾਤ ਕਰਕੇ ਕਮੇਟੀਆਂ ਬਣਾ ਕੇ ਇਹਨਾਂ ਨੂੰ ਰੈਸ਼ਨਲ ਵੇ ਨਾਲ ਪਾਸਿਸ ਦਿੱਤੇ। ਇੱਕ ਵਾਰੀ ਫਿਰ ਤੋਂ ਕਲੀਅਰ ਕਰ ਦਿਓ, ਕਿਸਾਨ ਨੇ ਆਪਦੀ ਫਸਲ ਵੱਢਣ ਤੋਂ ਪਹਿਲਾਂ ਕਿਹਨੂੰ ਸੰਪਰਕ ਕਰਨਾ ਹੈ? ਆਪਦੇ ਆੜਤੀਏ ਨੂੰ ਜਾਂ ਸਰਕਾਰ ਨੂੰ ਜਾਂ ਕਿਸੇ ਅਫਸਰ ਨੂੰ? ਉਹ ਆਪਣੇ ਆੜਤੀਏ ਨੂੰ ਸੰਪਰਕ ਕਰਨ। ਆੜਤੀ ਆਪਣੇ ਆਪ ਉੱਥੇ ਮੰਡੀ ਅਫਸਰਾਂ ਨਾਲ, ਜਿਹੜੇ ਮੰਡੀ ਸੈਕਟਰੀ ਹੋਣਗੇ, ਉਹਨਾਂ ਨਾਲ ਇਨ ਟੱਚ ਰਹਿਣਗੇ। ਉਸ ਤਰੀਕੇ ਹੀ ਉਹਨਾਂ ਨੂੰ ਡੇਟ 2 ਦਿਨ ਪਹਿਲਾਂ ਦੇ ਦਿੱਤੀ ਜਾਏਗੀ ਵੀ ਤੁਸੀਂ ਫਲਾਣੇ ਦਿਨ ਫਸਲ ਲੈ ਕੇ ਆਣੀ ਹੈ। ਕੋਈ ਕਿਤੇ ਕਿਸੇ ਨੂੰ ਅੜਚਨ ਨਹੀਂ ਆਣ ਦਿੱਤੀ ਜਾਏਗੀ। ਝੋਨੇ ਦੀ ਕਟਾਈ ਨੂੰ ਲੈ ਕੇ ਵੀ ਕੋਈ ਹਦਾਇਤਾਂ ਜਾਰੀ ਕੀਤੀਆਂ ਗਈਆਂ? ਕਿਉਂਕਿ ਪਹਿਲਾਂ ਵੀ ਹੁੰਦਾ ਹੈ ਕਿ ਇੰਨੇ ਤੋਂ ਇੰਨੇ ਕਟਾਈ ਕਰਨੀ ਹੈ, ਇੰਨੀ ਕਿ ਨਮੀ ਚਾਹੀਦੀ ਹੈ, ਉਹਦੇ ਲਈ ਹਦਾਇਤਾਂ ਕੀ ਨੇ? ਉਸ ਸਵੇਰੇ ਸ਼ਾਮ ਨੂੰ 6 ਵਜੇ ਤੱਕ ਰਹਿਣਗੇ ਤਾਂ ਕਿ ਉਹਦੇ 'ਚ ਨਮੀ ਦੀ ਮਾਤਰਾ ਵੱਧ ਨਾ ਸਕੇ, ਕਿਉਂਕਿ ਹਰ ਵਾਰੀ ਇਸ਼ੂ ਆਉਂਦਾ ਹੈ ਮੋਇਸਚਰ ਕੰਟੈਂਟ ਦਾ। ਜੇ ਫਸਲ ਕਿਸਾਨ ਭਰਾ ਸਾਡੇ
ਗਿੱਲੀ ਵੱਢ ਲਿਆਉਣ ਜਾਂ ਰਾਤ ਨੂੰ ਵੱਢਣ ਜਦੋਂ ਤਰੇਲ ਦਾ ਟਾਈਮ ਹੁੰਦਾ ਤੇ ਉਹਦੇ ਚ ਮੋਇਸਚਰ ਕੰਟੈਂਟ ਵੱਧ ਜਾਂਦਾ ਤੇ ਜਿੱਥੇ ਪਰਚੇਜ਼ ਹੁੰਦੀ ਆ ਉੱਥੇ ਥੋੜਾ ਜਿਹਾ ਜਿਹੜੀਆਂ ਪ੍ਰੋਕਿਉਰਮੈਂਟ ਏਜੰਸੀਜ਼ ਨੇ ਤੇ ਜਾਂ ਸ਼ੈਲਰ ਵਾਲੇ ਨੇ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ। ਇਹਦੇ 'ਚ ਉਹ ਪ੍ਰੋਬਲਮ ਨਾ ਆਵੇ ਤਾਂ ਉਹਦਾ ਟਾਈਮ ਵੀ ਮਿੱਥਿਆ ਗਿਆ ਹੈ ਤੇ ਉਹ ਦਿਨ ਖੜੇ ਟਾਈਮ ਉਹ ਫਸਲ ਵੱਢੀ ਜਾਏਗੀ, ਰਾਤ ਨੂੰ ਵੱਢਣ ਦੀ ਮਨਾਹੀ ਰਹੇਗੀ। ਵੈਸੇ ਵੀ ਮੈਂ ਅਪੀਲ ਕਰੂੰਗਾ ਸਾਰੇ ਕਿਸਾਨ ਭਰਾਵਾਂ ਨੂੰ, ਕਿਉਂਕਿ ਐਤਕੀ ਫਸਲ ਬੀਜਣ ਦਾ ਟਾਈਮ 10 ਦਿਨ ਪਹਿਲਾਂ ਸਰਕਾਰ ਨੇ ਕਰ ਦਿੱਤਾ ਸੀਗਾ ਤੇ ਉਹਦੇ ਕਰਕੇ ਕਾਫੀ ਫਸਲ ਅਗੇਤੀ ਹੈ, ਜਿਸ ਕਰਕੇ 4 ਦਿਨ ਪਹਿਲਾਂ ਪ੍ਰੋਕਿਉਰਮੈਂਟ ਸ਼ੁਰੂ ਕਰ ਦਿੱਤੀ ਸਰਕਾਰ ਨੇ। ਬੜਾ ਐਂਪਲ ਟਾਈਮ ਹੈ, 3 ਨਵੰਬਰ ਤਾਈਂ ਪ੍ਰੋਕਿਉਰਮੈਂਟ ਚੱਲਣੀ ਹੈ ਤੇ ਥੋੜੀ ਜਿਹੀ ਜੇ ਇੱਕ ਅੱਧਾ ਦਿਨ ਫਸਲ ਸੁਕਾ ਕੇ ਵੀ ਲੈ ਆਣਗੇ ਤਾਂ ਕਿ ਆਂਦਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ, ਇਮੀਡੀਏਟ ਭਾਅ ਲੱਗੇ, ਇਮੀਡੀਏਟ ਉਹਨਾਂ ਦਾ ਪੈਸਾ ਉਹਨਾਂ ਨੂੰ ਮਿਲ ਜਾਏ ਤਾਂ ਕਿਤੇ ਸਾਰੇ ਆਪਰੇਸ਼ਨ ਦੇ ਵਿੱਚ ਕੋਈ ਕਮੀ ਨਾ ਰਹੇ। ਲੰਬਾ ਟਾਈਮ ਖਰੀਦ ਚੱਲਣੀ ਹੈ। ਆਸ਼ੂ ਜੀ ਇੱਕ ਚੀਜ਼ ਹੋਰ ਹੈ ਕਿ ਸਰਕਾਰ ਜਿੱਦਾਂ ਨਹੀਂ ਚਲੋ ਪੰਜਾਬੀਆਂ ਦਾ ਕਿ ਸਭ ਦਾ ਸੁਭਾਅ ਹੀ ਹੁੰਦਾ ਕਿ ਐਨ ਅਖੀਰਲੇ ਮੌਕੇ ਤੱਕ ਤਿਆਰੀਆਂ ਚੱਲਦੀਆਂ ਨੇ। ਆਪਾਂ ਦੇਖਦੇ ਹਾਂ ਮੰਡੀਆਂ ਦੇ ਵਿੱਚ ਵੀ ਅਖੀਰਲੇ ਦਿਨ ਝਾੜੂ ਵੱਜੀ ਜਾਂਦੇ ਹੁੰਦੇ ਆ ਤੇ ਤੁਹਾਡੀ ਜਿਹੜੀ ਡੇਟ ਰੱਖੀ ਗਈ ਸੀ ਅਚਾਨਕ 3-4 ਦਿਨ ਪਹਿਲਾਂ ਜਿਹੜੀ ਹੈਗੀ ਖਰੀਦ ਦਾ ਐਲਾਨ ਹੋ ਗਿਆ। ਸਰਕਾਰ ਨੇ, ਕੇਂਦਰ ਸਰਕਾਰ ਨੇ ਹੁਕਮ ਕਰਤਾ ਵੀ ਇੰਨੇ ਦਿਨ ਪਹਿਲਾਂ ਹੀ ਕਰਨਾ ਤੇ ਉਹਦੇ 'ਚ ਕੋਈ ਦਿੱਕਤ ਨਹੀਂ ਆਈ ਕਿ ਤੁਹਾਡੀਆਂ ਤਿਆਰੀਆਂ ਪੂਰੀਆਂ ਸੀ? ਇਸ ਵਾਰ ਉਹਨਾਂ ਨੇ 1 ਅਕਤੂਬਰ ਤੋਂ ਲੈ ਕੇ 30 ਨਵੰਬਰ ਰੱਖੀ ਹੋਈ ਸੀ, ਪਰ ਇੱਕੋ ਦਮ ਉਹਨਾਂ ਨੇ ਚਿੱਠੀ ਭੇਜਤੀ ਵੀ 25 ਤਰੀਕ ਤੋਂ ਬਾਅਦ ਇਫ ਰਿਕੁਆਇਰਡ ਸਟੇਟ ਕੈਨ ਡਿਸਾਈਡ ਤੁਸੀਂ ਕਰ ਸਕਦੇ ਹੋ। ਤਾਂ ਅਸੀਂ ਵੀ ਦੇਖਿਆ ਵੀ ਕਿਉਂਕਿ ਐਤਕੀ ਥੋੜੀ ਜਿਹੀ ਅਗੇਤੀ ਬਿਜਾਈ ਵੀ ਸੀਗੀ, ਚਾਹੇ ਉਦੋਂ ਲੇਬਰ ਪ੍ਰੋਬਲਮ ਜ਼ਿਆਦਾ ਸੀਗੀ, ਪਰ ਫਿਰ ਵੀ ਕੋਈ ਨਾ ਕੋਈ ਕਿਤੇ 60 ਝੋਨਾ ਪਹਿਲਾਂ ਜਿਹੜਾ ਅਗੇਤਾ ਬੀਜਿਆ ਉਹ ਮੰਡੀਆਂ 'ਚ ਆ ਰਿਹਾ ਤੇ ਅਸੀਂ ਕਿਸੇ ਕਿਸਾਨ ਨੂੰ ਦਿੱਕਤ ਨਾ ਆਵੇ, ਅਸੀਂ ਇਮੀਡੀਏਟ ਡਿਸੀਜਨ ਕੱਲ ਸੀਐਮ ਸਾਹਿਬ ਨੇ ਲਿੱਤਾ ਤੇ ਉਹਦਾ ਸਾਰਿਆਂ ਨੂੰ ਕਨਵੇ ਕਰ ਦਿੱਤਾ ਗਿਆ। ਸਾਰੇ ਡੀਸੀ ਸਾਹਿਬਾਨ, ਐਸਡੀਐਮਸ, ਸਾਡੇ ਪ੍ਰੋਕਿਉਰਮੈਂਟ ਏਜੰਸੀਜ਼ ਦੇ ਜਿਹੜੇ ਡੀਐਮਸ ਨੇ ਉਹਨਾਂ ਸਾਰਿਆਂ ਨੂੰ ਆਦੇਸ਼ ਦੇ ਦਿੱਤੇ ਗਏ ਨੇ। ਅੱਜ ਸਾਰੇ ਆਪਣੇ ਮੰਡੀਆਂ 'ਚ ਨੇ ਪਹੁੰਚੇ। ਅੱਜ ਇੱਕ ਚੀਜ਼ ਹੋਰ ਹੈ ਕਿ ਕਿਸਾਨ ਅੱਜ ਬੜਾ ਔਖੇ ਹਾਲਾਤਾਂ ਦੇ ਵਿੱਚ ਹੈ, ਕਿਉਂਕਿ ਜਿਸ ਤਰ੍ਹਾਂ ਕਿਸਾਨ ਨਿਰਾਸ਼ ਹੋਇਆ ਪਿਆ, ਕੇਂਦਰੀ ਬਿੱਲ ਕਿਸਾਨ ਨੂੰ ਮਨਜ਼ੂਰ ਨਹੀਂ ਹੈ, ਉਹਨੂੰ ਲੈ ਕੇ ਐਜੀਟੇਸ਼ਨ ਚੱਲ ਰਹੀ ਹੈ, ਪਰੇਸ਼ਾਨੀ ਜੀ ਦਾ ਦੌਰ ਹੈ ਤੇ ਜਦੋਂ ਬੰਦਾ ਪਰੇਸ਼ਾਨ ਹੁੰਦਾ ਤੇ ਉਹਨੂੰ ਅੱਗੋਂ ਪਰੇਸ਼ਾਨੀ ਮਿਲ ਜੇ ਤਾਂ ਉਹਦੇ ਲਈ ਬੜਾ ਔਖਾ ਹੋ ਜਾਂਦਾ ਤਾਂ ਕਿ ਕਿਸਾਨ ਨੂੰ ਕੋਈ ਪਰੇਸ਼ਾਨੀ ਨਾ ਆਵੇ। ਕਿਉਂਕਿ ਨਹੀਂ, ਅਸੀਂ ਨਹੀਂ ਕਹਿੰਦੇ ਕਿ ਤੁਹਾਡੇ ਮਹਿਕਮੇ ਦੇ ਸਾਰੇ ਅਫਸਰਾਂ ਦੇ ਵਿੱਚ ਵੀ ਗੜਬੜ ਹੋ ਸਕਦੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਹਰ ਜਗ੍ਹਾ ਚੀਜ਼ਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਚੰਗੇ ਅਫਸਰ ਵੀ ਨੇ, ਕਈਆਂ ਦਾ ਸੁਭਾਅ ਅੱਖਰਾ ਵੀ ਹੁੰਦਾ ਥੋੜਾ ਜਿਹਾ। ਜਿਹੜੇ ਉਹ ਅੱਖਰੇ ਸੁਭਾਅ ਵਾਲੇ ਨੇ ਉਹਨਾਂ ਨੂੰ ਕੋਈ ਸਪੈਸ਼ਲੀ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਕਿ ਕਿਸਾਨ ਦੇ ਨਾਲ ਪਿਆਰ ਨਾਲ ਡੀਲ ਕੀਤਾ ਜਾਵੇ। ਜੇ ਕਿਸਾਨ ਅੱਜ ਪਰੇਸ਼ਾਨ ਹੈ ਤਾਂ ਉਹਦੇ ਨਾਲ ਪਰਿਵਾਰ ਵਾਂਗੂ ਡੀਲ ਕੀਤਾ ਜਾਵੇ, ਉਹਦੇ ਸਵਾਲ ਦਾ ਜਵਾਬ ਦਿੱਤਾ ਜਾਵੇ ਤਾਂ ਕਿ ਐਸਾ ਨਾ ਹੋਵੇ ਕਿ ਇੱਕ ਪਾਸੇ ਕਿਸਾਨ ਪਹਿਲਾਂ ਉਧਰ ਪ੍ਰਦਰਸ਼ਨ ਕਰੀ ਜਾਂਦਾ ਤੇ ਇੱਧਰੋਂ ਤੁਹਾਡੀ ਮੰਡੀ ਦੇ ਵਿੱਚੋਂ ਕੋਈ ਉਹਨੂੰ ਸਮੱਸਿਆ ਆ ਜੇ ਤੇ ਕਿਸਾਨ ਉਧਰੋਂ ਚੱਕ ਕੇ ਪ੍ਰਦਰਸ਼ਨ ਤੁਹਾਡੇ ਵਾਲੇ ਪਾਸੇ ਹੋ ਜੇ। ਨਹੀਂ, ਐਸਾ ਮੈਂ ਤੁਹਾਨੂੰ ਯਕੀਨ ਦਿਲਵਾਉਣਾ, ਤੁਹਾਡੇ ਚੈਨਲ ਰਾਹੀਂ ਸਾਰੇ ਕਿਸਾਨ ਵੀਰਾਂ ਨੂੰ ਯਕੀਨ ਦਿਲਵਾਉਣਾ ਚਾਹੁੰਦਾ, ਸੀਐਮ ਸਾਹਿਬ ਦੀਆਂ ਬਹੁਤ ਕਲੀਅਰ ਹਦਾਇਤਾਂ ਹੈ, ਕਿਸੇ ਵੀ ਕਿਸਾਨ ਵੀਰ ਨੂੰ, ਆੜਤੀ ਵੀਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ। ਅਗਰ ਕੋਈ ਉਹਦੀ ਕੰਪਲੇਂਟ ਹੈ ਤਾਂ ਉਹ ਬੜੇ ਖਿੜੇ ਮੱਥੇ ਲਿੱਤੀ ਜਾਏਗੀ, ਅਗਰ ਕੋਈ ਜੈਨੂਇਨ ਕੰਪਲੇਂਟ ਹੈ ਤਾਂ ਉਹਨੂੰ ਐਡਰੈਸ ਵੀ ਕੀਤਾ ਜਾਏਗਾ। ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਵੇਲੇਬਲ ਰਹਾਂਗਾ। ਸਾਡੇ ਸਾਰੇ ਆਫੀਸਰ ਸਾਹਿਬਾਨ ਜਿਹੜੇ ਨੋਡਲ ਆਫੀਸਰ ਨੇ, ਸਾਡੇ ਡਾਇਰੈਕਟਰ ਫੂਡ ਜਿਹੜੇ ਆਪਰੇਸ਼ਨਸ ਨੂੰ ਹੈੱਡ ਕਰਦੇ ਨੇ, ਸੀਐਮਓ ਤੋਂ ਗੁਰਕੀਰਤ ਕਿਰਪਾਲ ਸਿੰਘ ਜੀ, ਉਹ ਵੀ ਬਿਲਕੁਲ ਅਵੇਲੇਬਲ ਰਹਿਣਗੇ ਹਮੇਸ਼ਾ 24 ਘੰਟੇ ਤੇ ਉੱਪਰ ਸਾਡੇ ਪ੍ਰਿੰਸੀਪਲ ਸੈਕਟਰੀ ਫੂਡ ਔਰ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਜਿਹੜੇ ACS ਅਨਿਰੁੱਧ ਤਿਵਾੜੀ ਜੀ ਨੇ, ਸਾਰੇ ਇਹਨਾਂ ਆਪਰੇਸ਼ਨਸ ਨੂੰ ਮੋਨੀਟਰ ਕਰਨਗੇ। ਡਿਸਟ੍ਰਿਕਟ ਲੈਵਲ ਦੇ ਉੱਤੇ ਸਾਰੇ ਡੀਸੀ ਸਾਹਿਬਾਨਸ ਨੂੰ ਪ੍ਰੋਪਰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ, ਅੱਗੋਂ ਸਬ ਡਿਵੀਜ਼ਨ ਲੈਵਲ ਤੇ SDM ਸਾਹਿਬ ਦੀ ਨਿਗਰਾਨੀ ਕਰਨਗੇ। ਕਿਸੇ ਵੀ ਜਗ੍ਹਾ ਤੇ ਕੋਈ ਪ੍ਰੋਬਲਮ ਆਵੇ ਸਾਰੀ ਸਰਕਾਰੀ ਮਸ਼ੀਨਰੀ ਤਤਪਰ ਰਹੇਗੀ, ਇੱਕੋ ਦਮ ਉੱਥੇ ਪਹੁੰਚ ਕੇ ਉਸ ਕਿਸਾਨ ਦੀ ਹਰ ਮੁਸ਼ਕਿਲ ਨੂੰ ਐਡਰੈਸ ਕੀਤਾ ਜਾਏਗਾ। ਫਿਰ ਵੀ ਕੋਈ ਮੌਕੇ ਤੇ ਐਡਾ ਵੱਡਾ ਆਪਰੇਸ਼ਨ ਹੈ, ਕੋਈ ਆ ਸਕਦੀ ਹੈ, ਆਪਾਂ ਮੌਕੇ ਤੇ ਉਹਨੂੰ ਦੂਰ ਕਰਨ ਲਈ ਪਾਬੰਦ ਰਵਾਂਗੇ। ਸੀਐਮ ਸਾਹਿਬ ਦਾ ਬਹੁਤ ਸਿੱਧਾ ਨਿਰਦੇਸ਼ ਹੈ ਵੀ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਮੰਡੀ ਬੋਰਡ ਦੇ ਨਾਲ ਵੀ ਪ੍ਰੋਪਰ ਮੀਟਿੰਗ ਵਗੈਰਾ ਹੋ ਗਈਆਂ ਕਿ ਮੰਡੀ ਬੋਰਡ ਦੀਆਂ ਤਿਆਰੀਆਂ ਜਿਹੜੀਆਂ ਪ੍ਰੋਪਰ ਹੋ ਗਈਆਂ ਨੇ, ਕਿਉਂਕਿ ਅਕਸਰ ਹੀ ਸ਼ਿਕਾਇਤਾਂ ਆਉਂਦੀਆਂ ਨੇ ਜੀ। ਪਿਛਲੀ ਵਾਰੀ ਵੀ ਤੁਹਾਡੇ ਸਾਹਮਣੇ ਬਹੁਤ ਸ਼ਿਕਾਇਤਾਂ ਆਈਆਂ ਸੀ, ਸੈਨੀਟਾਈਜ਼ਰ ਨਹੀਂ ਸੀਗਾ ਜਾਂ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਸੀਗਾ, ਤਾਂ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਨਜ਼ਰ ਆਈਆਂ ਸੀ। ਤਾਂ ਇਸ ਵਾਰ ਉਹ ਕਮੀਆਂ ਰਿਪੀਟ ਨਾ ਹੋਣ। ਕਹਿੰਦੇ ਕਿ ਇੱਕ ਵਾਰੀ ਗਲਤੀ ਤਾਂ ਚਲੋ ਮੰਨਿਆ ਹੋ ਜਾਂਦੀ ਹੈ, ਪਰ ਜੋ ਰਿਪੀਟ ਹੋਵੇ ਤਾਂ ਉਹ ਫਿਰ ਨੀਅਤ ਤੇ ਸਵਾਲ ਉੱਠ ਖੜਦੇ ਆ। ਉਹ ਗਲਤੀਆਂ ਦੁਬਾਰਾ ਨਾ ਹੋਣ, ਇਹਨੂੰ ਲੈ ਕੇ ਪ੍ਰਬੰਧ ਆਲਰੇਡੀ ਚੈੱਕ ਕੀਤੇ ਗਏ ਨੇ ਸਾਰੇ। ਮੈਂ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਬੜੀ ਸ਼ਲਾਘਾ ਕਰੂੰਗਾ, ਉਹ ਵਿਚਾਰੇ ਪਿਛਲੇ 1.5 ਮਹੀਨੇ ਤੋਂ ਇਹਦੇ ਤੇ ਲੱਗੇ ਹੋਏ ਨੇ। ਉਹਨਾਂ ਨੇ ਸਾਰੇ ਜਿੱਥੇ ਪਰਚੇਸ ਸੈਂਟਰ ਬਣੇ ਨੇ ਉੱਥੇ ਬਕਾਇਦਾ 30x30 ਦੇ ਖਾਨੇ, ਜਿਵੇਂ ਪਿਛਲੀ ਵਾਰ ਡਿਸਾਈਡ ਕੀਤਾ ਗਿਆ ਸੀ ਜਿੱਥੇ ਕਿਸਾਨ ਦੀ ਫਸਲ ਆਣੀ ਹੈ ਤਾਂ ਕਿ ਇੱਕ ਦੂਸਰੇ ਨਾਲ ਜ਼ਿਆਦਾ ਮੇਲ ਮਿਲਾਪ ਨਾ ਬਣੇ, ਸੋਸ਼ਲ ਡਿਸਟੈਂਸ ਉੱਥੇ ਮੇਨਟੇਨ ਰਵੇ। ਔਰ ਸਾਰੀਆਂ ਮੰਡੀਆਂ ਦੇ ਵਿੱਚ ਜਿੱਥੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਹ ਥੱਲੇ ਪੈਡਲ ਨਾਲ ਦਬ ਕੇ ਟੂਟੀਆਂ 'ਚੋਂ ਪਾਣੀ ਆਏਗਾ, ਇਸ ਤਰੀਕੇ ਦਾ ਇੰਤਜ਼ਾਮ ਕੀਤਾ ਗਿਆ। ਸੈਨੀਟਾਈਜ਼ਰ ਔਰ ਮਾਸਕ ਦੇ ਪੂਰੇ ਉੱਥੇ ਇੰਤਜ਼ਾਮ ਕੀਤੇ ਗਏ ਨੇ। ਲੇਬਰ ਵਾਸਤੇ, ਟਰਾਂਸਪੋਰਟਰ ਵਾਸਤੇ, ਹਰੇਕ ਦੇ ਵਾਸਤੇ ਇੰਤਜ਼ਾਮ ਕੀਤੇ ਗਏ ਨੇ ਵੀ ਤਾਂ ਕਿ ਉੱਥੇ
ਕੋਈ ਇਸ ਕਰੋਨਾ ਮਹਾਮਾਰੀ ਦਾ ਕੋਈ ਅਸਰ ਨਾ ਉਹਨਾਂ ਤੇ ਪੈ ਸਕੇ। ਸਾਰਿਆਂ ਨੂੰ ਬਕਾਇਦਾ ਜੋ ਹੈਲਥ ਦਾ ਪ੍ਰੋਟੋਕੋਲ ਆ ਫਾਲੋ ਕੀਤਾ ਜਾ ਸਕੇ। ਹੈਲਪਲਾਈਨ ਨੰਬਰ ਵਗੈਰਾ ਜੀ, ਜਿਸ ਤਰ੍ਹਾਂ ਪਿਛਲੀ ਵਾਰੀ ਕੰਟਰੋਲ ਰੂਮ ਬਣਾਇਆ ਗਿਆ ਸੀਗਾ, ਤਾਂ ਤੁਹਾਡੀ ਬੜੀ ਤਗੜੀ ਟੀਮ ਮੰਡੀ ਬੋਰਡ ਦੇ ਵਿੱਚ ਇੱਕ ਪ੍ਰੋਪਰ ਟੀਮ ਬੈਠੀ ਸੀ, ਅਲੱਗ-ਅਲੱਗ ਜ਼ਿਲ੍ਹਾ ਵਾਈਜ਼ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਤੁਹਾਡੇ ਨੰਬਰ ਤਾਂ ਅਸੀਂ ਕਈ ਦਿਨ ਫਲੈਸ਼ ਕਰਦੇ ਰਹੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਸੰਪਰਕ ਕਰ ਸਕਦਾ। ਤਾਂ ਉਸ ਤਰ੍ਹਾਂ ਦਾ ਕੰਟਰੋਲ ਰੂਮ ਇਸ ਵਾਰੀ ਵੀ ਸਥਾਪਿਤ ਕੀਤਾ ਗਿਆ, ਔਰ ਜਿਹੜੇ ਹੈਲਪਲਾਈਨ ਨੰਬਰ ਵਗੈਰਾ ਨੇ ਉਹ ਤੁਸੀਂ ਨਵੇਂ ਦੁਬਾਰਾ ਜਾਰੀ ਕਰੋਗੇ? ਬਿਲਕੁਲ, ਐਤਕੀ ਦੋਨੋਂ ਜਗ੍ਹਾ ਤੇ ਸਾਡੇ ਕੰਟਰੋਲ ਰੂਮ ਐਸਟੈਬਲਿਸ਼ਡ ਨੇ। ਫੂਡ ਵਿੱਚ ਅਲੱਗਾ ਤੌਰ ਤੇ ਇੱਕ ਸਾਡਾ ਕੰਟਰੋਲ ਰੂਮ ਬੈਠਾ ਹੋਇਆ ਔਰ ਇੱਕ ਮੰਡੀ ਬੋਰਡ 'ਚ ਅਲੱਗਾ ਬੈਠਾ, ਔਰ ਸਾਰੇ ਅਧਿਕਾਰੀ ਤਤਪਰ ਨੇ ਔਰ ਬਕਾਇਦਾ ਤੌਰ ਤੇ ਆਪਸ 'ਚ ਕੋਆਰਡੀਨੇਸ਼ਨ 'ਚ ਨੇ। ਕਿਸੇ ਵੀ ਕਿਸਾਨ ਨੂੰ ਕਿਸੇ ਵੀ ਜਗ੍ਹਾ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਕਿਸਾਨ ਵੀਰਾਂ ਨੂੰ ਯਕੀਨ ਦਿਲਵਾਉਣਾ। ਖਰੀਦ ਨੂੰ ਲੈ ਕੇ ਖਰੀਦ ਏਜੰਸੀਆਂ ਦੇ ਨਾਲ ਗੱਲਬਾਤ, ਕਿਉਂਕਿ ਬਾਰਦਾਨੇ ਵਗੈਰਾ ਦੀ ਬੜੀ ਸਮੱਸਿਆ ਆਉਂਦੀ ਹੁੰਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਇਹ ਤਾਂ ਹੇਠਾਂ ਤੀਕਰ ਰੌਲਾ ਪੈਂਦਾ, ਮੰਡੀਆਂ 'ਚ ਰੌਲਾ ਸਭ ਤੋਂ ਵੱਡਾ ਇਹੀ ਪੈਂਦਾ ਹੁੰਦਾ, ਬਾਰਦਾਨੇ ਦੀ ਕਮੀ ਹੋ ਗਈ ਜੀ, ਇੱਥੋਂ ਝੋਨੇ ਦੀਆਂ ਬੋਰੀਆਂ ਜਿਹੜੀਆਂ ਹੈਗੀਆਂ ਕਨਾਤਾਂ ਲੱਗੀਆਂ ਪਈਆਂ, ਕੋਈ ਚੱਕਰ ਨਹੀਂ ਆ ਰਿਹਾ ਜੀ, ਅਪਲੋਡਿੰਗ ਨਹੀਂ ਹੋ ਰਹੀ। ਤਾਂ ਉਹਨੂੰ ਲੈ ਕੇ ਅਰੇਂਜਮੈਂਟ ਸਾਰੇ ਪ੍ਰੋਪਰ ਹੋ ਗਏ ਨੇ, ਬਾਰਦਾਨਾ ਔਰ ਉੱਥੋਂ ਲਿਫਟਿੰਗ ਦੀ ਸਮੱਸਿਆ? ਤੁਸੀਂ ਬਿਲਕੁਲ ਵਾਜਬ ਸਵਾਲ ਪੁੱਛੇ ਨੇ। ਇਹ ਦੋਨੋਂ ਬੜੀ ਸਮੱਸਿਆ ਹੈ ਇਸ ਵਾਰੀ ਵੀ, ਜਿਵੇਂ ਪਿਛਲੀ ਵਾਰ ਰਹੀ ਸੀ ਬਾਰਦਾਨੇ ਦੀ, ਕਿਉਂਕਿ ਜੂਟ ਮਿਲਾਂ 'ਚ ਪ੍ਰੋਡਕਸ਼ਨ ਘੱਟ ਹੈ। ਕੁਝ ਤਾਂ ਇਹ ਕਰੋਨਾ ਕਰਕੇ ਤੇ ਕੁਝ ਅਮਫਨ ਤੂਫਾਨ ਆ ਗਿਆ ਸੀ, ਉਹਦੇ ਨਾਲ ਜੂਟ ਦੀ ਫਸਲ ਵੀ ਕਾਫੀ ਇਫੈਕਟ ਹੋ ਗਈ ਸੀਗੀ, ਤੇ ਇਸ ਵਾਰੀ ਜੂਟ ਮਿਲਾਂ ਦੀ ਪ੍ਰੋਡਕਸ਼ਨ ਘੱਟ ਆ ਤੇ ਸਾਡੇ ਕੋਲ ਤਕਰੀਬਨ 66% ਦੇ ਕਰੀਬ ਬਾਰਦਾਨਾ ਆਇਆ। ਉਹਦੇ ਲਈ ਅਸੀਂ ਸਾਰੇ ਸ਼ੈਲਰ ਵਾਲਿਆਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਕਪੈਸਿਟੀ, ਕਿਉਂਕਿ 50% ਸ਼ੈਲਰ ਵਾਲਿਆਂ ਨੇ ਬਾਰਦਾਨਾ ਲਗਾਉਣਾ ਹੁੰਦਾ, ਉਹਨਾਂ ਨੂੰ ਕਹਿ ਦਿੱਤਾ 50 ਤੋਂ 70% ਤੁਸੀਂ ਅਰੇਂਜ ਕਰਕੇ ਰੱਖੋ, ਔਰ ਉਹਨਾਂ ਨੇ ਕਰ ਵੀ ਲਿਆ। ਸਾਡਾ ਸਾਰੀਆਂ ਜਿਹੜੀਆਂ ਸ਼ੈਲਰ ਵਾਲਿਆਂ ਦੀਆਂ ਜਥੇਬੰਦੀਆਂ, ਤਿੰਨੋਂ ਚਾਰੋਂ ਐਸੋਸੀਏਸ਼ਨਸ, ਉਹਨਾਂ ਦੇ ਪ੍ਰਧਾਨਾਂ ਨਾਲ, ਉਹਨਾਂ ਦੇ ਸਟੇਕ ਹੋਲਡਰਸ ਨਾਲ ਲਗਾਤਾਰ ਗੱਲਬਾਤ ਚੱਲਦੀ ਰਹੀ ਹੈ। ਉਹਨਾਂ ਦਾ ਜਿਹੜਾ 70% ਬਾਰਦਾਨਾ ਹੈ ਉਹਨੂੰ ਯੂਜ਼ਰ ਚਾਰजेस ਮਿਲਦੇ ਆ, ਜਿਹੜੇ ਪਿਛਲੇ ਸਾਲ ਰੁਕੇ ਸੀਗੇ। ਸਟੇਟ ਗਵਰਨਮੈਂਟ ਨੇ ਪਰਸਿਊ ਕਰਕੇ ਉਹਨਾਂ ਨੂੰ ਦਿਲਵਾਉਣ ਦਾ ਪ੍ਰਬੰਧ ਕੀਤਾ। 70 ਰੁਪਏ 32 ਪੈਸੇ ਉਹਨਾਂ ਨੂੰ ਯੂਜ਼ਰ ਚਾਰजेस ਮਿਲਦੇ ਆ, ਜਿਹੜੇ ਪਿਛਲੇ 50% ਤੇ ਮਿਲਦੇ ਸੀ, ਇਸ ਵਾਰ 70% ਤੇ ਮਿਲਣਗੇ ਤੇ ਉਹਨਾਂ ਨੂੰ ਵੀ ਕੋਈ ਘਾਟਾ ਨਹੀਂ ਪਏਗਾ। ਕਿਸਾਨ ਨੂੰ ਪੇਮੈਂਟ, ਕਿਉਂਕਿ ਜੀ ਸਭ ਤੋਂ ਵੱਡੀ ਗੱਲ ਤਾਂ ਫਿਰ ਆ ਕੇ ਪੇਮੈਂਟ ਤੇ ਫਸਦੀ ਹੈ। 6 ਮਹੀਨੇ ਮਿਹਨਤ ਕੀਤੀ ਹੈ, ਝੋਨਾ ਮੰਡੀ ਲੈ ਕੇ ਆਂਦਾ ਤਾਂ ਆਖਰ ਤਿੱਕਰ ਜਿਹੜਾ ਹੈਗਾ ਕਿਸਾਨ ਦੇ ਸਾਥ ਸੁੱਕੇ ਰਹਿੰਦੇ ਆ ਵੀ ਯਾਰ ਜਿੰਨੀ ਦੇਰ ਤੁਲ ਕੇ ਬੋਰੀਆਂ 'ਚ ਨਹੀਂ ਪੈਂਦੀ ਉਹਨੇ ਦੇਰ ਤੱਕ ਉਹਦਾ ਦਿਲ ਡਰਦੇ ਰਹਿੰਦਾ। ਤੁਲ ਕੇ ਬੋਰੀਆਂ 'ਚ ਪਾਉਣ ਦੀ ਤੁਸੀਂ ਜ਼ਿੰਮੇਵਾਰੀ ਚੱਕ ਰਹੇ ਹੋ, ਉਸ ਤੋਂ ਬਾਅਦ ਪੇਮੈਂਟ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਮੇਨ ਵੱਜ ਜਾਂਦੀ ਹੈ। ਤਾਂ ਪੇਮੈਂਟ ਨੂੰ ਲੈ ਕੇ ਚੀਜ਼ਾਂ ਕਿੰਨੇ ਘੰਟਿਆਂ ਦੇ ਵਿੱਚ ਕਿਸਾਨ ਦੀ ਪੇਮੈਂਟ ਹੈ ਜਿਹੜੀ ਕਲੀਅਰ ਹੋਊਗੀ, ਕਿਵੇਂ ਕਲੀਅਰ ਹੋਣੀ ਹੈ, ਕਿ ਉਹ ਡਾਇਰੈਕਟ ਕਿਸਾਨ ਨੂੰ ਦੇਣੀ ਹੈ ਜਾਂ ਆੜਤੀ ਦੇ ਥਰੂ ਦੇਣੀ ਹੈ, ਕਿਸ ਤਰ੍ਹਾਂ ਪੇਮੈਂਟ ਹੋਣੀ ਹੈ, ਉਹ ਵੀ ਕਲੀਅਰ ਕਰੋ। ਬਕਾਇਦਾ ਤੌਰ ਤੇ CCL ਦਾ ਪ੍ਰਬੰਧ ਕੀਤਾ ਜਾ ਰਿਹਾ। ਕੁਝ ਅੜਚਨਾਂ ਕੇਂਦਰ ਸਰਕਾਰ ਵੱਲੋਂ ਸੀਗੀਆਂ ਜਿਹੜੀਆਂ ਦੂਰ ਕੀਤੀਆਂ ਜਾ ਰਹੀਆਂ। ਜਿਹੜਾ ਸਾਡਾ CCL ਦਾ ਗੈਪ ਪਿਛਲਾ ਅਸੀਂ ਸਕੇਅਰ ਅਪ ਕਰਨਾ, ਉਹਦੇ ਕਰਕੇ ਕੁਝ ਪੇਮੈਂਟ ਉਹਨਾਂ ਵੱਲੋਂ ਡਿਊ ਸੀਗੀਆਂ, ਇਸ ਕਰਕੇ ਥੋੜੀ ਜਿਹੀ CCL ਆਉਣ ਦੇ ਵਿੱਚ ਦੇਰੀ ਹੋ ਗਈ। ਨਹੀਂ ਹੁਣ ਤਾਂ ਸਾਡੀ CCL ਆ ਜਾਣੀ ਸੀਗੀ, ਪਰ ਉਹ ਗੱਲਬਾਤ ਆਖਰੀ ਦੌਰ 'ਚ ਹੈ। ਮੇਰਾ ਖਿਆਲ ਅਗਲੇ ਹਫਤੇ ਦੇ ਵਿੱਚ CCL ਆ ਜਾਏਗੀ, ਕੋਈ ਮੁਸ਼ਕਿਲ ਨਹੀਂ ਸੀ। ਇੱਕ ਵਾਰੀ CCL ਆ ਗਈ ਤਾਂ 72 ਘੰਟਿਆਂ 'ਚ ਉਹਨਾਂ ਦੀ 48 ਘੰਟਿਆਂ 'ਚ ਪੇਮੈਂਟ ਉਹਨਾਂ ਨੂੰ ਜਦੋਂ ਹੀ ਕਾਰਡ ਸਵੈਪ ਹੁੰਦਾ ਹੈ ਆੜਤੀਆਂ ਦੇ ਥਰੂ ਉਹਨਾਂ ਨੂੰ ਪੇਮੈਂਟ ਪਹੁੰਚ ਜਾਏਗੀ। ਅਸੀਂ ਆੜਤੀ ਭਰਾਵਾਂ ਨੂੰ ਵੀ ਬਿਲਕੁਲ ਯਕੀਨ ਦਿਵਾਉਣਾ, ਉਹਨਾਂ ਦੇ ਮਨਾਂ 'ਚ ਵੀ ਬਹੁਤ ਖਦਸ਼ੇ ਨੇ ਵੀ ਸਰਕਾਰ ਕਿਤੇ ਆੜਤੀਆਂ ਨੂੰ ਇਹਦੇ ਵਿੱਚੋਂ ਦੀ ਕੱਢਣਾ ਚਾਹੁੰਦੀ ਹੈ। ਸਰਕਾਰ ਬਿਲਕੁਲ ਜੋ ਹੈ APMC ਐਕਟ ਦੇ ਵਿੱਚ ਉਹਨਾਂ ਦੀ ਐਗਜ਼ਿਸਟੈਂਸ ਨੂੰ ਅਸ਼ੋਰ ਕੀਤਾ ਗਿਆ, ਅਸੀਂ ਉਹਦੀ ਸ਼ੋਰਟੀ ਲੈਂਦੇ ਹਾਂ, ਉਹ ਬਕਾਇਦਾ ਰਹਿਣਗੇ ਔਰ ਉਹਨਾਂ ਦੇ ਥਰੂ ਹੀ ਕਿਸਾਨਾਂ ਨੂੰ ਪੇਮੈਂਟ ਦਿੱਤੀ ਜਾਏਗੀ। ਇਹ ਪੰਜਾਬ ਸਰਕਾਰ ਦਾ ਫੈਸਲਾ ਹੈ। ਤੇ ਜਦੋਂ CCL ਆ ਜਾਂਦੀ ਹੈ ਉਸ ਤੋਂ ਬਾਅਦ ਵਿਦਿਨ ਨੋ ਟਾਈਮ ਉਹਨਾਂ ਨੂੰ ਪੇਮੈਂਟ ਉਹਨਾਂ ਦੀ ਪਹੁੰਚਦੀ ਰਹੇਗੀ। ਤੁਸੀਂ ਦੇਖੋਗੇ ਤੁਹਾਡੇ ਰਾਹੀਂ ਆਪਾਂ ਬਾਰ-ਬਾਰ ਜੁੜਦੇ ਵੀ ਰਵਾਂਗੇ ਕਿਸਾਨ ਵੀਰਾਂ ਦੇ ਨਾਲ। ਕਿਸੇ ਨੂੰ ਕਿਸੇ ਜਗ੍ਹਾ ਤੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਅਗਰ ਕੋਈ ਮੁਸ਼ਕਿਲ ਆਈ ਤਾਂ ਉਹਨੂੰ ਇਮੀਡੀਏਟਲੀ ਐਡਰੈਸ ਕੀਤਾ ਜਾਏਗਾ। ਮੰਤਰੀ ਸਾਹਿਬ, ਕਿਸਾਨਾਂ ਨੂੰ ਖਰਚਾ ਕਿੰਨਾ ਪੈਣਾ ਮੰਡੀ ਦੇ ਵਿੱਚ? ਕਿਉਂਕਿ ਕਈ ਵਾਰੀ ਐਸੀਆਂ ਸ਼ਿਕਾਇਤਾਂ ਆਉਂਦੀਆਂ ਕਿ ਫਲਾਣੇ ਆੜਤੀ ਨੇ ਤਾਂ ਜੀ 2 ਰੁਪਏ ਗੱਟੇ ਮਗਰ ਵੱਖਰੇ ਲਾਤੇ, ਆ ਫਲਾਣੇ ਹਿੱਸੇ ਦੇ ਲਾਤੇ, ਆ ਕਾਟ ਲਾਤੀ। ਐਕਚੁਅਲ ਦੇ ਵਿੱਚ ਕਿਸਾਨ ਨੂੰ ਕਿੰਨਾ ਖਰਚਾ ਪੈਣਾ, ਤਾਂ ਕਿ ਉਸ ਤੋਂ ਬਿਨਾਂ ਕਿਸਾਨ ਨੂੰ ਪਤਾ ਹੋਵੇ ਕਿ ਜੇ ਇਦੋਂ ਵੱਧ ਕੋਈ ਲੈ ਰਿਹਾ ਤਾਂ ਉਹ ਨਜਾਇਜ਼ ਲੈ ਰਿਹਾ, ਉਹ ਉਹਦੀ ਸ਼ਿਕਾਇਤ ਕਿੱਥੇ ਕਰ ਸਕਦਾ? ਕਿਸਾਨ ਨੂੰ ਕੋਈ ਖਰਚਾ ਨਹੀਂ ਪਏਗਾ। ਜਿਵੇਂ ਤੁਸੀਂ ਦੇਖਿਆ ਪਿਛਲੀ ਵਾਰੀ ਵੀ ਫਸਲ ਆਈ ਤੇ ਵਿਦਿਨ ਨੋ ਟਾਈਮ ਉਹਨਾਂ ਦੀ ਫਸਲ ਪ੍ਰਕਿਉਰ ਹੋਈ, ਆਂਦੇ ਹੀ ਚੱਕੀ ਵੀ ਗਈ। ਜਿਹੜਾ ਕਿਸਾਨ ਔਰ ਆੜਤੀਆਂ ਦੇ ਵਿਚਾਲੇ ਇੱਕ ਐਗਰੀਮੈਂਟ ਰਹਿੰਦਾ ਹੈ ਵੀ ਫਸਲ ਆਈ, ਉਹਦੀ ਸਫਾਈ ਤੇ ਉਹਦੀ ਅਨਲੋਡਿੰਗ ਤੇ ਉਸ ਤੋਂ ਬਾਅਦ ਉਹਦੀ ਲੋਡਿੰਗ ਔਰ ਉਹਨੂੰ ਸਿਲਣਾ, ਇਹ ਸਾਰੀਆਂ ਚੀਜ਼ਾਂ ਆੜਤੀਆਂ ਦੇ ਜ਼ਿੰਮੇ ਹੈਗੀਆਂ। ਕੁਝ ਚੀਜ਼ਾਂ ਫਸਲ ਪ੍ਰਕਿਉਰ ਹੋਣ ਤੋਂ ਪਹਿਲਾਂ ਕੀਤੀਆਂ ਜਾਂਦੀਆਂ, ਹਾਂ, ਉਹ ਸਰਕਾਰ ਨੇ ਫਿਕਸ ਕੀਤੀਆਂ ਹੋਈਆਂ। ਉਹ ਕਿਸਾਨ ਆੜਤੀਆਂ ਨੂੰ ਦਿੰਦਾ ਤੇ ਆੜਤੀ ਅੱਗੇ ਮਜ਼ਦੂਰਾਂ ਨੂੰ ਦਿੰਦਾ। ਚਾਹੇ ਕਿਸਾਨ ਸਿੱਧਾ ਮਜ਼ਦੂਰਾਂ ਨੂੰ ਦੇ ਦੇ ਜਾਂ ਆੜਤੀਆਂ ਦੇ ਥਰੂ ਮਜ਼ਦੂਰ ਨੂੰ ਦੇ ਦੇ, ਉਹ ਮਜ਼ਦੂਰ ਦੀ ਮਜ਼ਦੂਰੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਫਸਲ ਨੂੰ ਸਿਉਣਾ ਤੇ ਚੁਕਾਉਣਾ ਹੈ
ਉਹਦੇ ਵਾਸਤੇ ਫਿਰ ਜੋ ਸਰਕਾਰ ਨੇ ਮਿੱਥੇ ਹੋਏ ਨੇ ਰੇਟ, ਉਸ ਰੇਟ ਦੇ ਉੱਤੇ ਜੋ ਸਾਡੇ ਕੋਲ ਪ੍ਰੋਵੀਜ਼ਨਲ ਕਾਸਟ ਸ਼ੀਟ ਰਾਹੀਂ ਆਉਂਦੇ ਆ, ਉਹਦੇ ਨਾਲ ਆੜਤੀਆਂ ਨੂੰ ਉਹ ਖਰਚਾ ਦੇ ਦਿੱਤਾ ਜਾਂਦਾ ਹੈ। ਜੇ ਮੰਨ ਲਓ ਕਿ ਸ਼ਿਕਾਇਤ ਕਿਸਾਨ ਨੂੰ ਆਉਂਦੀ ਹੈ, ਜੇ ਕਿਸੇ ਪਾਸੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ, ਜਾਣਕਾਰੀ ਆਉਂਦੀ ਹੈ ਕਿ ਫਲਾਣੇ ਕਿਸਾਨ ਨਾਲ ਧੱਕਾ ਹੋ ਗਿਆ, ਉਹਦੇ ਬੋਰੀ ਮਗਰ ਰੁਪਈਆ 2 ਰੁਪਏ ਕੱਟੇ ਗਏ, ਤਾਂ ਉਹ ਆ ਕੇ ਕਿਹਦੇ ਮੂਹਰੇ ਆਪਦਾ ਦੁੱਖ ਰੂ, ਕਿੱਥੇ ਸ਼ਿਕਾਇਤ ਕਰੂਗਾ? ਜਿੱਥੇ ਕੋਈ ਇਹੋ ਜਿਹੀ ਚੀਜ਼ ਨਜ਼ਰ ਆਉਂਦੀ ਹੈ ਵੀ ਉਹ ਕਿਸਾਨ ਦੇ ਨਾਲ ਕੋਈ ਧੱਕਾ ਹੋ ਰਿਹਾ, ਹਰ ਜਗ੍ਹਾ ਤੇ ਪ੍ਰੋਕਿਊਰਿੰਗ ਏਜੰਸੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਅਧਿਕਾਰੀ ਖੜੇ ਹੁੰਦੇ ਆ, ਉੱਥੇ ਮੰਡੀ ਬੋਰਡ ਦੇ ਅਧਿਕਾਰੀ ਖੜੇ ਹੁੰਦੇ ਆ, ਉਹਨਾਂ ਨੂੰ ਕੰਪਲੇਂਟ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਉੱਥੇ ਉਸ ਇਲਾਕੇ ਦੇ ਐਸਡੀਐਮ ਨੂੰ ਉਹਦੀ ਕੰਪਲੇਂਟ ਕੀਤੀ ਜਾ ਸਕਦੀ ਹੈ, ਉਸ ਦੇ ਉੱਤੇ ਡੀਸੀ ਸਾਹਿਬ ਨੂੰ ਕੰਪਲੇਂਟ ਕੀਤੀ ਜਾ ਸਕਦੀ ਹੈ। ਸਾਰਾ ਅਮਲਾ ਪ੍ਰੋਕਿਊਰਮੈਂਟ ਵਾਸਤੇ ਪੱਬਾ ਭਾਰ ਰਹੇਗਾ, ਹਰ ਅਧਿਕਾਰੀ ਜ਼ਿੰਮੇਵਾਰ ਹੋਏਗਾ ਜਿਹਦੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਉਹਨੂੰ ਐਡਰੈਸ ਕਰਨ ਦੀ। ਇੱਕ ਚੀਜ਼ ਹੋਰ, ਜੇ ਮੰਨ ਲਓ ਕਿਸੇ ਆੜਤੀਏ ਵੱਲੋਂ ਕੋਈ ਗੜਬੜ ਕੀਤੀ ਜਾਂਦੀ ਹੈ, ਤੋਲ ਦੇ ਵਿੱਚ ਗੜਬੜ ਕੀਤੀ ਜਾਂਦੀ ਹੈ ਜਾਂ ਹੋਰ ਕਿਸੇ ਪੱਧਰ ਤੇ ਗੜਬੜ ਕੀਤੀ ਜਾਂਦੀ ਹੈ, ਤਾਂ ਉਹਦੇ ਲਈ ਐਸੇ ਚੀਜ਼ਾਂ ਨਾ ਹੋਣ, ਉਹਦੇ ਲਈ ਸਰਕਾਰ ਦਾ ਕਿੰਨਾ ਸਖਤ ਕਦਮ ਹੈ, ਕੀ ਕਾਰਵਾਈ ਹੋ ਸਕਦੀ ਹੈ? ਇਮੀਡੀਏਟਲੀ ਉਹਦਾ ਲਾਇਸੈਂਸ ਵੀ ਕੈਂਸਲ ਹੋਊ, ਉਹ ਪੈਨਲਾਈਜ਼ ਵੀ ਹੋਊਗਾ, ਇਹ ਮੈਂ ਤੁਹਾਨੂੰ ਅਸ਼ੋਰ ਕਰਦਾ, ਅਗਰ ਕੋਈ ਆੜਤੀ ਦੇ ਲੈਵਲ ਦੇ ਉੱਤੇ ਇਹੋ ਜਿਹੀ ਗੜਬੜੀ ਪਾਈ ਗਈ ਤਾਂ। ਆਸ਼ੂ ਜੀ, ਆਸ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਸਾਡੇ ਕਿਸਾਨ ਵੀਰਾਂ ਦੇ ਲਈ ਬੜੀ ਸਹਾਈ ਸਿੱਧ ਹੋਵੇਗੀ, ਤੇ ਨਾਲ ਹੀ ਤੁਹਾਡੇ ਤੋਂ ਹੀ ਅਸੀਂ ਇਹ ਜ਼ਰੂਰ ਯਕੀਨੀ ਬਣਾਉਣਾ ਚਾਹਾਂਗੇ ਕਿ ਕਿਸਾਨਾਂ ਨੂੰ ਤੁਸੀਂ ਆਪ ਹੀ ਅਪੀਲ ਕਰੋ ਕਿ ਜਿਹੜੇ ਕਿਸਾਨਾਂ ਦੇ ਸਵਾਲ ਹੋਣ ਉਹ ਸਾਡੇ ਤੱਕ ਪਹੁੰਚਾਉਣ ਤੇ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ, ਤੇ ਨਾਲ ਤੁਸੀਂ ਇਹ ਵੀ ਵਾਅਦਾ ਕਰੋ ਕਿ ਤੁਸੀਂ ਉਹਨਾਂ ਸਾਰੇ ਮਸਲਿਆਂ ਦਾ ਹੱਲ ਵੀ ਕਰੋਗੇ, ਇਕੱਲੇ ਸਵਾਲਾਂ ਦੇ ਜਵਾਬਾਂ ਤੱਕ ਹੀ ਗੱਲ ਨਾ ਰਹਿ ਜੇ। ਬਿਲਕੁਲ, ਮੈਂ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ, ਜਿਵੇਂ ਹਰ ਵਾਰ ਦੀ ਤਰ੍ਹਾਂ, ਹਰ ਪ੍ਰੋਕਿਊਰਮੈਂਟ ਦੀ ਤਰ੍ਹਾਂ ਪੰਜਾਬ ਸਰਕਾਰ ਇਸ ਵਾਰ ਵੀ ਤੁਹਾਡੇ ਨਾਲ ਵਾਅਦਾ ਕਰਦੀ ਹੈ, ਤੁਹਾਡੀ ਮਿਹਨਤ ਦਾ ਇੱਕ ਇੱਕ ਦਾਣਾ ਚੱਕੇਗੀ ਔਰ ਉਹਦਾ ਬਣਦਾ ਮੁੱਲ ਤੁਹਾਡੇ ਤਾਈਂ ਵਿਦਿਨ ਨੋ ਟਾਈਮ ਪਹੁੰਚਾਇਆ ਜਾਏਗਾ। ਇਹ ਸੀਐਮ ਸਾਹਿਬ ਦੇ ਬਿਹਾਫ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਦੂਸਰੀ ਗੱਲ, ਜਿਹੜੇ ਤੁਹਾਡੇ ਖਦਸ਼ੇ ਰਹੇ ਪ੍ਰੋਕਿਊਰਮੈਂਟ ਦੇ ਦੌਰਾਨ, ਕੋਈ ਕਮੀਆਂ ਸੀਗੀਆਂ, ਉਹ ਜਿਸ ਤਰੀਕੇ ਪਹਿਲਾਂ ਇਹਨਾਂ ਨੇ ਪਲੇਟਫਾਰਮ ਪ੍ਰੋਵਾਈਡ ਕੀਤਾ ਸੀਗਾ ਇਹਨਾਂ ਦੇ ਨੰਬਰ ਤੇ, ਤੁਸੀਂ ਦੱਸੋ, ਮੇਰਾ ਨੰਬਰ ਤੁਹਾਡੇ ਕੋਲ ਹੈਗਾ, ਮੈਨੂੰ ਦੱਸੋ, ਵਿਦਿਨ ਨੋ ਟਾਈਮ ਤੁਹਾਡੀ ਕੰਪਲੇਂਟ ਨੂੰ ਐਡਰੈਸ ਕੀਤਾ ਜਾਏਗਾ, ਅਧਿਕਾਰੀ ਬਕਾਇਦਾ ਤੌਰ ਤੇ ਉੱਥੇ ਪਹੁੰਚਣਗੇ। ਮੈਂ ਤੁਹਾਨੂੰ ਅਸ਼ੋਰ ਕਰਦਾ ਇਹ ਸਾਰੀ ਪ੍ਰੋਕਿਊਰਮੈਂਟ ਅਸੀਂ 30 ਸਤੰਬਰ ਤਾਈਂ ਪੂਰੀ ਕਰਨੀ ਹੈ, ਪਰ ਜੇ ਤੁਹਾਡਾ ਸਹਿਯੋਗ ਰਿਹਾ ਅਸੀਂ ਉਸ ਤੋਂ ਬਹੁਤ ਪਹਿਲਾਂ ਇਹਨੂੰ ਪ੍ਰੋਕਿਊਰਮੈਂਟ ਨੂੰ ਪੂਰੀ ਕਰ ਦਿਆਂਗੇ। ਇਹ ਕਿੰਨੀ ਖਰੀਦ ਦਾ ਟਾਈਮ ਕਿੰਨਾ ਜੀ, ਕਦੋਂ ਤੱਕ, ਲਾਸਟ ਡੇਟ ਕਿੰਨੀ ਹੈ? 30 ਸਤੰਬਰ ਤੱਕ ਹੈ ਲਾਸਟ ਡੇਟ। 60 ਦਿਨ ਤੋਂ 2 ਮਹੀਨੇ ਤੋਂ ਵੱਧ ਟਾਈਮ ਹੈ ਇਹਦੇ ਪ੍ਰੋਕਿਊਰਮੈਂਟ ਕਰਨ ਦਾ, ਪਰ ਜਿਸ ਤਰੀਕੇ ਅਕਤੂਬਰ ਸਾਰਾ ਔਰ ਨਵੰਬਰ ਸਾਰਾ, ਹਾਂ 2 ਮਹੀਨੇ ਹੈ ਤੇ 3-4 ਦਿਨ ਆ ਵੀ ਹੈ। ਸਾਡੀ ਪ੍ਰੋਕਿਊਰਮੈਂਟ ਸ਼ੁਰੂ ਹੋ ਚੁੱਕੀ ਹੈ। ਅਸੀਂ ਇਹਦੇ ਤੋਂ ਬਹੁਤ ਪਹਿਲਾਂ ਆਪਣੇ ਟੀਚੇ ਨੂੰ ਕਰ ਜਾਵਾਂਗੇ। 170 ਲੱਖ ਮੀਟ੍ਰਿਕ ਟਨ ਦਾ ਟੀਚਾ ਸਰਕਾਰ ਨੇ ਮਿੱਥਿਆ ਹੋਇਆ। ਅਸੀਂ ਇਹਨੂੰ ਅਗਰ ਫਸਲ ਬੰਪਰ ਕ੍ਰੌਪ ਜਿਸ ਤਰੀਕੇ ਪਤਾ ਚੱਲ ਰਿਹਾ, ਜੇ ਕੋਈ ਹੋਰ ਵੀ ਕ੍ਰੌਪ ਆ ਗਈ ਅਸੀਂ ਆਪਣੀ ਸੀਸੀਐਲ ਐਕਸਟੈਂਡ ਕਰਾਂਗੇ, ਇੱਕ ਇੱਕ ਦਾਣਾ ਕਿਸਾਨ ਦਾ ਚੱਕਾਂਗੇ, ਉਹਨਾਂ ਨੂੰ ਬਿਲਕੁਲ ਮੁਸ਼ਕਿਲ ਨਹੀਂ ਆਉਣ ਦਿਆਂਗੇ। ਤਾਂ ਭਰੋਸਾ ਦੁਆਰੇ ਨੇ ਭਾਰਤ ਭੂਸ਼ਣ ਆਸ਼ੂ, ਪੰਜਾਬ ਦੇ ਫੂਡ ਐਂਡ ਸਪਲਾਈ ਮੰਤਰੀ, ਜਿਨ੍ਹਾਂ ਦੇ ਸਿਰ ਤੇ ਅੱਜ ਜ਼ਿੰਮੇਵਾਰੀ ਹੈ, ਕਿਉਂਕਿ ਅੱਜ ਕਿਸਾਨ ਦੀ ਨਜ਼ਰ ਹੈ ਕਿ ਮੇਰੀ ਫਸਲ ਪੱਕ ਕੇ ਤਿਆਰ ਹੈ, ਮੇਰਾ ਝੋਨਾ ਮੰਡੀ ਦੇ ਵਿੱਚ ਜਾ ਰਿਹਾ, ਤਾਂ ਇਹ ਮੰਡੀ ਦੇ ਵਿੱਚ ਮੈਨੂੰ ਖੱਜਲ ਤਾਂ ਨਹੀਂ ਹੋਣਾ ਪਊਗਾ, ਜਿੰਨੀ ਮੈਂ ਮਿਹਨਤ ਕੀਤੀ ਹੈ ਕੀ ਮੈਨੂੰ ਮੇਰਾ ਬਣਦਾ ਪੈਸਾ ਟਾਈਮ ਤੇ ਮਿਲ ਜੂਗਾ। ਤੇ ਇਸ ਕਰਕੇ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ, ਤਾਂ ਹੀ ਅੱਜ ਅਸੀਂ ਇਹਨਾਂ ਦੇ ਨਾਲ ਜੁੜੇ ਸੀ, ਇਹਨਾਂ ਨੂੰ ਆਪਦੇ ਨਾਲ ਜੋੜਿਆ ਸੀ, ਤਾਂ ਕਿ ਸਾਡੇ ਕਿਸਾਨਾਂ ਦੇ ਰੂਬਰੂ ਇਹਨਾਂ ਨੂੰ ਕੀਤਾ ਜਾ ਸਕੇ। ਤੇ ਇੱਕ ਨਿਊਜ਼ 18 ਦੀ ਤੁਹਾਨੂੰ ਫਿਰ ਤੋਂ ਅਪੀਲ ਹੈ, ਜਿਸ ਤਰ੍ਹਾਂ ਪਹਿਲਾਂ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰਦੇ ਹਾਂ, ਇਸ ਵਾਰੀ ਵੀ ਤੁਹਾਡਾ ਰਾਬਤਾ ਤੁਹਾਡੇ ਨਾਲ ਬਣਿਆ ਰਹੇਗਾ। ਤੁਹਾਨੂੰ ਵੀ ਕਿਸੇ ਕਿਸਮ ਦੀ ਮੰਡੀ ਦੇ ਵਿੱਚ ਕੋਈ ਸ਼ਿਕਾਇਤ ਹੁੰਦੀ ਹੈ ਜਾਂ ਫਸਲ ਨੂੰ ਲੈ ਕੇ ਕੋਈ ਦਿੱਕਤ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਤੁਸੀਂ ਆਪਣਾ ਕੋਈ ਸਵਾਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਨਿਊਜ਼ 18 ਦੇ ਕਿਸੇ ਵੀ ਪਲੇਟਫਾਰਮ ਤੇ, ਨਿਊਜ਼ 18 ਤੇ ਸਾਨੂੰ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਾਨੂੰ ਸੁਨੇਹਾ ਲਾ ਸਕਦੇ ਹੋ, ਸਾਡੇ ਟੈਲੀਫੋਨ ਨੰਬਰਾਂ ਤੇ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਅਸੀਂ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਵਾਂਗੇ ਔਰ ਸਰਕਾਰ ਤੋਂ ਤੁਹਾਡੇ ਮਸਲੇ ਦਾ ਹੱਲ ਵੀ ਕਰਾਵਾਂਗੇ। ਐਸਾ ਭਰੋਸਾ ਤੁਹਾਨੂੰ ਨਿਊਜ਼ 18 ਦਿੰਦਾ। ਫਿਲਹਾਲ ਅੱਜ ਦੇ ਲਈ ਇੰਨਾ ਹੀ, ਅੱਗੇ ਹੋਰ ਮਸਲੇ ਤੇ ਗੱਲਬਾਤ ਕਰਦੇ ਹਾਂ, ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਾਂ